ਸਤਿ ਸ਼੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਵੀਰ ਕਾਵਧਾਰਾ ਦੇ ਪ੍ਰਸਿੱਧ ਸ਼ਾਇਰ ਨਜ਼ਾਬਤ ਦੀ ਵਾਰ ਨਾਦਰ ਸ਼ਾਹ ਦਾ ਪ੍ਰਸੰਗ ਕਲ ਅਤੇ ਨਾਰਦ ਦੇ ਹੇਠ ਜੋ ਦਰਜ ਹੈ, ਇਸ ਦੀ ਪ੍ਰਸੰਗ ਸਹਿਤ ਅਸੀਂ ਵਿਆਖਿਆ ਕਰਨ ਜਾ ਰਹੇ ਹਾਂ। ਨਾਦਰ ਸ਼ਾਹ ਨੇ ਕਲ ਅਤੇ ਨਾਰਦ ਦੇ ਹਵਾਲੇ ਦੇ ਨਾਲ ਹਿੰਦੁਸਤਾਨ ਦੀ ਉਸ ਸਥਿਤੀ ਨੂੰ, ਉਸ ਸਮੇਂ ਨੂੰ ਬਿਆਨ ਕੀਤਾ ਹੈ ਜਦ ਨਾਦਰ ਸ਼ਾਹ ਨੇ ਹਿੰਦੁਸਤਾਨ ਦੀ ਧਰਤੀ 'ਤੇ ਹਮਲਾ ਕੀਤਾ। ਕਵੀ ਨੇ ਕਲ ਅਤੇ ਨਾਰਦ ਜੋ ਪ੍ਰਤੀਕਾਤਮਕ ਸ਼ਬਦ ਹਨ, ਇਹ ਦੋਵੇਂ ਕਲ ਤੋਂ ਭਾਵ ਹੈ ਲੜਾਈ, ਔਰ ਜੋ ਨਾਰਦ ਹੈ, ਨਾਰਦ ਤੋਂ ਭਾਵ ਹੈ ਚੁਗਲੀ। ਕਵੀ ਕਹਿ ਰਿਹਾ ਕਿ ਜਿਸ ਦੇਸ਼ ਦੇ ਵਿੱਚ, ਜਿਸ ਘਰ ਵਿੱਚ, ਜਿਸ ਪਰਿਵਾਰ ਦੇ ਵਿੱਚ ਲੜਾਈ ਅਤੇ ਚੁਗਲੀ ਦੋਹਾਂ ਦਾ ਸੁਮੇਲ ਹੋਵੇ, ਲੜਾਈ ਅਤੇ ਚੁਗਲੀ, ਉਹ ਘਰ ਪਰਿਵਾਰ ਜੋ ਹੈ ਉਹ ਹਮੇਸ਼ਾ ਪਤਨ ਵੱਲ ਨੂੰ ਜਾਂਦਾ ਹੈ। ਪਤਨ ਤੋਂ ਭਾਵ ਹੈ ਯਾਨੀ ਕਿ ਢਹਿੰਦੀ ਕਲਾ ਵੱਲ ਨੂੰ ਜਾਂਦਾ ਹੈ, ਕਦੀ ਅੱਗੇ ਨਹੀਂ ਵੱਧ ਸਕਦਾ। ਸੋ ਇਸ ਬੰਦ ਦੇ ਵਿੱਚ ਕਵੀ ਨੇ ਕਲ ਨੂੰ ਭਾਰਤੀ ਜਨਤਾ ਦੇ ਰੂਪ ਦੇ ਵਿੱਚ, ਪ੍ਰਤੀਕਾਤਮਕ ਰੂਪ ਦੇ ਵਿੱਚ ਚਿਤਰਿਆ ਹੈ, ਅਤੇ ਨਾਰਦ ਉਸ ਵੇਲੇ ਦੀ ਰਜਵਾੜਾ ਸ਼ਾਹੀ ਦਾ ਪ੍ਰਤੀਕ ਹੈ। ਸੋ ਕਵੀ ਕਹਿ ਰਿਹਾ ਹੈ ਕਿ ਕਲ ਅਤੇ ਨਾਰਦ ਆਪ ਵਿੱਚ ਹੋ ਖੜੇ ਅਜੋੜੇ, ਕਿ ਕਲ ਭਾਰਤੀ ਜਨਤਾ ਅਤੇ ਉਸ ਵੇਲੇ ਦੇ ਰਾਜੇ ਜੋ ਸਨ, ਇਹਨਾਂ ਦੇ ਵਿੱਚ ਆਪਸੀ ਤਾਲਮੇਲ ਖਤਮ ਹੋ ਗਿਆ ਸੀ। ਅਜੋੜੇ, ਲੜਾਈ ਝਗੜਾ, ਇੱਕ ਦੂਜੇ ਦੇ ਵਿਰੋਧੀ ਬਣ ਚੁੱਕੇ ਸਨ। ਕਿਉਂ ਬਣ ਚੁੱਕੇ ਸਨ? ਕਿਉਂਕਿ ਰਾਜੇ ਦਾ ਫਰਜ਼ ਹੈ ਜਨਤਾ ਦੀ ਭਲਾਈ ਦੇ ਲਈ, ਪ੍ਰਜਾ ਦੀ ਹਿੱਤ ਦੇ ਲਈ ਸੋਚਣਾ। ਜਦੋਂ ਰਾਜਾ ਆਪਣੇ ਇਸ ਜੋ ਫਰਜ਼ ਤੋਂ ਬੇਮੁਖ ਹੋ ਜਾਂਦਾ ਹੈ, ਉਸ ਤੋਂ ਨੂੰ ਭੁੱਲ ਜਾਂਦਾ ਹੈ, ਤਾਂ ਜਨਤਾ ਅਜਿਹੇ ਰਾਜਿਆਂ ਨੂੰ ਪਸੰਦ ਨਹੀਂ ਕਰਦੀ। ਕਿਉਂਕਿ ਜਨਤਾ ਨੇ ਜੋ ਰਾਜਾ ਚੁਣਿਆ ਹੈ ਉਹ ਇਸੇ ਕਰਕੇ ਕਿ ਉਹ ਦੇਸ਼ ਦੀ, ਉਹ ਜਨਤਾ ਦੀ ਭਲਾਈ ਦੇ ਲਈ ਕੰਮ ਕਰੇ। ਪਰ ਜਦੋਂ ਰਾਜਾ ਸਵਾਰਥੀ ਹੋ ਜਾਂਦਾ ਹੈ, ਅਤੇ ਅਜਿਹੇ ਸਵਾਰਥੀ ਰਾਜੇ ਦੇ ਖਿਲਾਫ ਜਨਤਾ ਵਿਦਰੋਹ ਕਰ ਦਿੰਦੀ ਹੈ। ਕਵੀ ਕਹਿ ਰਿਹਾ ਕਿ ਕਲ ਅਤੇ ਨਾਰਦ ਆਪ ਵਿੱਚ ਹੋ ਖੜੇ ਅਜੋੜੇ, ਜਦੋਂ ਜਨਤਾ ਅਤੇ ਰਾਜਾ ਆਪਸ ਦੇ ਵਿੱਚ ਉਹਨਾਂ ਦਾ ਤਾਲਮੇਲ ਖਤਮ ਹੋ ਜਾਂਦਾ ਹੈ। ਬਹਿ ਲੜਦੇ ਆਮੋ ਸਾਹਮਣੇ ਸੱਟਣ ਤਰਫੋੜੇ। ਇਹਨੂੰ ਪਤੀ ਪਤਨੀ ਦੇ ਰੂਪ ਦੇ ਵਿੱਚ ਕਵੀ ਨੇ ਪ੍ਰਤੀਕਾਤਮਕ ਰੂਪ ਦੇ ਵਿੱਚ ਚਿਤਰਿਆ ਹੈ। ਪ੍ਰਤੀਕ ਤੋਂ ਭਾਵ ਹੈ ਕਿ ਜਦੋਂ ਕੋਈ ਗੱਲ ਜੋ ਕਹੀ ਗਈ ਹੈ ਉਸ ਦੇ ਵਿੱਚ ਲੁਕੇ ਅਰਥ ਨੂੰ ਸਮਝਣਾ ਜੋ ਹੈ, ਉਹ ਅਸਲ ਦੇ ਵਿੱਚ ਸਫਲ ਸ਼ਾਇਰ ਹੁੰਦਾ ਹੈ। ਉਹ ਇੱਕ ਚੰਗਾ ਪ੍ਰਤੀਕ ਹੁੰਦਾ ਹੈ। ਜਿਵੇਂ ਫੁੱਲ ਦੇ ਵਿੱਚ ਸਾਨੂੰ ਫੁੱਲ ਨਜ਼ਰ ਆਉਂਦਾ, ਪਰ ਉਸਦੀ ਸੁਗੰਧੀ ਨਜ਼ਰ ਨਹੀਂ ਆਉਂਦੀ, ਉਹ ਮਹਿਸੂਸ ਹੁੰਦੀ ਹੈ। ਠੀਕ ਇਸੇ ਤਰ੍ਹਾਂ ਪ੍ਰਤੀਕਾਤਮਕ ਰੂਪ ਦੇ ਵਿੱਚ ਜੋ ਗੱਲ ਕਹੀ ਜਾਂਦੀ ਹੈ, ਉਹ ਅਸਲ ਵਿੱਚ ਲੱਗਦੀ ਕੁਝ ਹੋਰ ਹੈ, ਅਤੇ ਉਸਦੇ ਭਾਵ ਬੜੇ ਗਹਿਰੇ ਜਾਂ ਡੂੰਘੇ ਹੁੰਦੇ ਹਨ। ਸੋ ਇੱਥੇ ਕਲ ਅਤੇ ਨਾਰਦ ਸਿਰਫ ਪਤੀ ਪਤਨੀ ਨਹੀਂ ਹਨ। ਕਲ ਇੱਥੇ ਜਨਤਾ ਦਾ ਪ੍ਰਤੀਕ ਹੈ, ਪ੍ਰਜਾ ਦਾ ਪ੍ਰਤੀਕ ਹੈ, ਅਤੇ ਨਾਰਦ ਜੋ ਹੈ ਉਹ ਰਾਜੇ ਦਾ ਪ੍ਰਤੀਕ ਹੈ। ਸੋ ਕਵੀ ਕਹਿ ਰਿਹਾ ਹੈ ਕਿ ਜਿਸ ਦੇਸ਼ ਦੇ ਵਿੱਚ ਜਨਤਾ ਅਤੇ ਰਾਜਾ ਦੀ ਆਪਸ ਦੇ ਵਿੱਚ ਅਣਬਣ ਹੋ ਜਾਏ, ਵਿਚਾਰਧਾਰਾਈ ਲੜਾਈ ਸ਼ੁਰੂ ਹੋ ਜਾਏ, ਬਹਿ ਲੜਦੇ ਆਮੋ ਸਾਹਮਣੇ ਸੱਟਣ ਤਰਫੋੜੇ, ਉਹ ਪਤੀ ਪਤਨੀ ਵਾਂਗ ਆਪਸ ਦੇ ਵਿੱਚ ਲੜਦੇ ਹਨ, ਝਗੜਦੇ ਹਨ, ਬਹਿਸਦੇ ਹਨ, ਇੱਥੋਂ ਤੱਕ ਕਿ ਇੱਕ ਦੂਜੇ 'ਤੇ ਸੱਟਣ ਤਰਫੋੜੇ ਭਾਵ ਮਿਹਣਿਓ ਮਿਹਣੀ ਹੋ ਰਹੇ ਹੁੰਦੇ ਹਨ। ਕਲ ਮੰਗੇ ਕੁਝ ਖਾਣ ਨੂੰ ਨਾਰਦ ਮੂੰਹ ਮੋੜੇ। ਕਿਉਂ ਹੋ ਰਹੇ ਹੁੰਦੇ ਹਨ? ਕਿਉਂਕਿ ਕਲ ਭਾਵ ਪਤਨੀ ਰੂਪੀ ਜਨਤਾ ਜਿਹੜੀ ਹੈ ਉਹ ਆਪਣੇ ਹੱਕ ਮੰਗਦੀ ਹੈ, ਪਰ ਰਾਜਾ ਜਨਤਾ ਨੂੰ ਉਸ ਦੇ ਹੱਕ ਦੇਣ ਤੋਂ ਬੇਮੁਖ ਹੋ ਜਾਂਦਾ ਹੈ, ਅਣਗਹਿਲੀ ਵਰਤ ਰਿਹਾ ਹੁੰਦਾ ਹੈ। ਨਾਰਦ ਦੇ ਨਾ ਸਕੇ ਖੱਟੀਆਂ ਕਲ ਖਾਧਾ ਲੋੜੇ, ਕਿਉਂਕਿ ਨਾਰਦ ਰੂਪੀ ਪਤੀ ਰੂਪੀ ਰਾਜਾ ਜੋ ਹੈ ਉਹ ਜਨਤਾ ਦੇ ਹਿਤਕਾਰੀ ਨੀਤੀਆਂ ਨਹੀਂ ਬਣਾ ਰਿਹਾ ਹੁੰਦਾ ਹੈ, ਪਰ ਜਿਹੜੀ ਜਨਤਾ ਰੂਪੀ ਪ੍ਰਜਾ ਹੈ, ਜਨਤਾ ਰੂਪੀ ਜੋ ਪਤਨੀ ਹੈ, ਉਹ ਆਪਣੇ ਜੀਵਨ ਯਾਪਨ ਦੇ ਲਈ, ਆਪਣੀ ਜੀਵਨ ਜਿਉਣ ਦੇ ਲਈ ਜੋ ਉਸ ਦੀਆਂ ਮੁੱਢਲੀਆਂ ਲੋੜਾਂ ਹਨ, ਉਹਨਾਂ ਦੀ ਪ੍ਰਾਪਤੀ ਦੇ ਲਈ ਸੰਘਰਸ਼ ਕਰਦੀ ਹੈ। ਖਾਣੋ ਪੀਣੋ ਪਹਿਨਣੋ ਮਰਦ ਬੁੱਢੀ ਨੂੰ ਹੋੜੇ। ਕਵੀ ਕਹਿ ਰਿਹਾ ਹੈ ਅਟੱਲ ਸੱਚਾਈ ਹੈ ਕਿ ਖਾਣੋ ਪੀਣੋ ਪਹਿਨਣੋ, ਕਿਉਂਕਿ ਔਰਤ ਜੋ ਹੈ ਉਹ ਕੁਦਰਤੀ ਤੌਰ 'ਤੇ ਇੱਕ ਬੜੀ ਪਰਮਾਤਮਾ ਦੀ ਇੱਕ ਅਜਿਹੀ ਸਿਰਜਣਾ ਹੈ ਜੋ ਬੜੀਆਂ ਹੀ ਕੋਮਲ ਰੁਚੀਆਂ ਵਾਲੀ ਹੈ। ਖਾਣਾ ਪੀਣਾ ਪਹਿਨਣਾ ਉਸਦੇ ਮੁੱਢਲੇ ਸ਼ੌਂਕ ਹਨ, ਔਰ ਜਿਸ ਦੇਸ਼ ਦੇ ਵਿੱਚ, ਜਿਸ ਘਰ ਦੇ ਵਿੱਚ ਪਤੀ ਰੂਪੀ ਰਾਜਾ ਜੋ ਹੈ ਔਰਤ ਨੂੰ ਅਜਿਹੇ ਖਾਣ ਪੀਣ ਪਹਿਨਣ ਦੇ ਉਸਦੇ ਮੁੱਢਲੇ ਸ਼ੌਕਾਂ 'ਤੇ ਹੀ ਜਦੋਂ ਪਾਬੰਦੀ ਲਾ ਦੇਵੇ, ਤਾਂ ਉਹ ਦੇਸ਼ ਜਾਂ ਉਹ ਘਰ ਜਾਂ ਉਹ ਪਰਿਵਾਰ ਜੋ ਹੈ ਉਹ ਜ਼ਿਆਦਾ ਲੰਬੇ ਸਮੇਂ ਤੱਕ ਟਿਕ ਨਹੀਂ ਸਕਦਾ।
ਸਰ ਪਰ ਝੁੱਗਾ ਉਜੜੇ ਦਿਨ ਵਸੇ ਥੋੜ੍ਹੇ। ਸਰ ਪਰ ਭਾਵ ਆਖੀਰ ਅੰਤ ਨੂੰ ਉਹ ਝੁੱਗਾ ਚੌੜ ਹੋਣਾ, ਭਾਵ ਉਹ ਘਰ, ਉਹ ਪਰਿਵਾਰ, ਉਹ ਦੇਸ਼ ਉਜੜ ਕੇ ਹੀ ਰਹਿੰਦਾ ਹੈ, ਭਾਵ ਪਤਨ ਵੱਲ ਨੂੰ ਢਲਦਾ ਜਾਂਦਾ ਹੈ, ਵੱਧਦਾ ਜਾਂਦਾ ਹੈ ਦਿਨੋਂ ਦਿਨ। ਦਿਨ ਵਸੇ ਥੋੜ੍ਹੇ, ਉਹਦੀ ਖੁਸ਼ੀ, ਉਹਦੀ ਖੁਸ਼ਹਾਲੀ, ਉਸਦੀ ਉੱਨਤੀ, ਉਸਦੀ ਤਰੱਕੀ ਜਿਹੜੀ ਹੈ ਜ਼ਿਆਦਾ ਲੰਮੇ ਸਮੇਂ ਤੱਕ ਕਾਇਮ ਨਹੀਂ ਰਹਿ ਸਕਦੀ। ਕਦੇ ਨਾ ਹੁੰਦੇ ਉਜਲੇ ਜਿਹੜੇ ਮੱਟੀ ਬੋੜੇ। ਕਵੀ ਕਹਿ ਰਿਹਾ ਹੈ ਕਿ ਉਜਲਾ ਭਾਵ ਸਫੇਦ ਕੱਪੜਾ ਜੋ ਹੈ ਉਸ ਨੂੰ ਜੇਕਰ ਇੱਕ ਵਾਰੀ ਰੰਗ ਵਿੱਚ ਮੱਟ ਦੇ ਵਿੱਚ ਲਾਰੀ ਡੋਬ ਦੇਵੇ, ਰੰਗ ਚੜ੍ਹਾ ਦੇਵੇ, ਤਾਂ ਵਾਪਸ ਉਹ ਉਜਲਾ ਨਹੀਂ ਹੋ ਸਕਦਾ। ਠੀਕ ਉਸ ਤਰ੍ਹਾਂ ਜਿਸ ਦੇ ਜਿਹੜੇ ਵਿਚਾਰ ਹਨ, ਜਿਸ ਦੀਆਂ ਨੀਤੀਆਂ ਜਿਹੜੀਆਂ ਹਨ ਉਹ ਖੋਟੀਆਂ ਹਨ, ਭਾਵ ਜੋ ਆਪਣੇ ਸਵਾਰਥ ਦੇ ਲਈ ਕਾਰਜ ਕਰਨ ਵਾਲਾ ਸ਼ਖਸ ਹੁੰਦਾ ਹੈ, ਉਹਦੇ ਵਿਚਾਰ ਛੇਤੀ ਕੀਤਿਆਂ ਸਿੱਧੇ ਹੋ ਨਹੀਂ ਸਕਦੇ, ਕਿਉਂਕਿ ਉਹ ਕੁੱਤੇ ਦੀ ਦੁਮ ਵਾਂਗ ਹਮੇਸ਼ਾ ਟੇਢਾ ਹੀ ਰਹੇਗਾ। ਕਲ ਲੋੜੇ ਕੁਝ ਗੁੰਦਿਆ ਨਾਰਦ ਹਦ ਰੋੜੇ। ਕਿਉਂਕਿ ਕਲ ਪਤਨੀ ਔਰ ਜਨਤਾ ਜਿਹੜੀ ਹੈ, ਪਤਨੀ ਰੂਪੀ ਜਨਤਾ ਜਿਹੜੀ ਹੈ ਉਹ ਪਤੀ ਰੂਪੀ ਰਾਜੇ ਤੋਂ ਆਪਣੇ ਘਰ ਪਰਿਵਾਰ ਨੂੰ ਚਲਾਉਣ ਦੇ ਲਈ ਕੁਝ ਜ਼ਰੂਰਤਾਂ ਹਨ ਉਸਦੀਆਂ, ਉਹ ਮੰਗਦੀ ਹੈ, ਉਹਨਾਂ ਦੀ ਮੰਗ ਰੱਖਦੀ ਹੈ। ਪਰ ਨਾਰਦ ਰੂਪੀ ਰਾਜਾ ਜਾਂ ਪਤੀ ਜੋ ਹੈ ਉਹ ਉਹਨਾਂ ਮੰਗਾਂ ਨੂੰ ਦੀ ਕਾਟ ਕਰਦਾ ਹੈ, ਉਹਨਾਂ 'ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ, ਉਹਨਾਂ ਨੂੰ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਕਰਦਾ ਹੈ। ਅਤੇ ਅਜਿਹਾ ਕਰਨ ਦੇ ਨਾਲ ਨਾਲ ਮਿਹਣੋ ਮਿਹਣੀ ਵੀ ਹੋ ਰਿਹਾ ਹੈ ਉਹ ਆਪਣੀ ਜਨਤਾ ਰੂਪੀ ਪਤਨੀ ਦੇ ਨਾਲ ਕਿ ਮੈਨੂੰ ਬਹੁਤ ਜਨਾਨੀਆਂ, ਤੈਨੂੰ ਮਰਦ ਨਾ ਥੋੜ੍ਹੇ। ਜਦੋਂ ਕੋਈ ਮਰਦ, ਪਤੀ ਜਾਂ ਰਾਜਾ ਆਪਣੀ ਜੋ ਹੈ ਸ਼ਰੀਕੇ ਹਯਾਤ ਆਪਣੀ ਪਤਨੀ ਨੂੰ, ਆਪਣੀ ਦੇਸ਼ ਦੀ ਜਨਤਾ ਨੂੰ ਦੇ ਨਾਲ ਅਣਗਹਿਲੀ ਭਰਿਆ ਵਿਹਾਰ ਕਰੇ ਅਤੇ ਕਹੇ ਕਿ ਮੈਨੂੰ ਬਹੁਤ ਜਨਾਨੀਆਂ, ਤੈਨੂੰ ਮਰਦ ਨਾ ਥੋੜ੍ਹੇ, ਭਾਵ ਮੈਨੂੰ ਔਰਤਾਂ ਦੀ ਘਾਟ ਨਹੀਂ ਹੈ, ਤੈਨੂੰ ਮਰਦਾਂ ਦੀ ਘਾਟ ਨਹੀਂ ਹੈ, ਪਰ ਮੇਰਾ ਖਹਿੜਾ ਛੱਡ ਅਤੇ ਮੇਰੇ ਘਰ 'ਚੋਂ ਨਿਕਲ ਜਾ। ਅਤੇ ਇਸ ਤੋਂ ਵੱਧ ਅਗਲੀ ਗੱਲ ਕਹੇ ਕਿ ਪਰ ਤੇਰੇ ਮੇਰੇ ਜੁੱਟ ਨੂੰ ਵਿਧ ਮਾਤਾ ਤੋੜੇ। ਅਤੇ ਅਜਿਹਾ ਤਾਂ ਹੀ ਹੋ ਸਕਦਾ ਹੈ ਕਿ ਜੇਕਰ ਤੇਰਾ ਮੇਰਾ ਜੋ ਜੁੱਟ ਹੈ, ਭਾਵ ਜੋ ਜੋੜਾ ਹੈ, ਇਸ ਨੂੰ ਵਿਧ ਮਾਤਾ ਜਿਸ ਨੇ ਸੰਯੋਗ ਜੋੜੇ ਹਨ, ਸਾਡੇ ਲਿਖੇ ਹਨ, ਉਹੀ ਸਾਨੂੰ ਸਾਡੇ ਸੰਯੋਗ ਜਿਹੜੇ ਹੈ ਤੋੜ ਦੇਵੇ। ਅਜਿਹਾ ਤਾਂ ਹੀ ਇੱਕ ਦੂਜੇ ਤੋਂ ਖਹਿੜਾ ਛੁੱਟ ਸਕਦਾ ਹੈ। ਇਹ ਉਹ ਸਥਿਤੀ ਹੈ ਜਦੋਂ ਰਾਜਾ ਸਵਾਰਥ ਦੇ ਵਿੱਚ ਅੰਨਾ ਹੋ ਕੇ ਜਨਤਾ ਦੇ ਹਿੱਤਾਂ ਦੀ ਅਣਦੇਖੀ ਕਰਦਾ ਹੈ, ਜਨਤਾ ਦੇ ਪ੍ਰਤੀ ਅਣਗਹਿਲੀ ਭਰਿਆ ਵਤੀਰਾ ਵਰਤਦਾ ਹੈ। ਅਤੇ ਇਸ ਸਥਿਤੀ ਦੇ ਵਿੱਚ ਕਵੀ ਕਹਿ ਰਿਹਾ ਕਿ ਕਲ ਆਂਦੀ ਵੇ ਨਾਰਦਾ ਤੂੰ ਕਿਹੜੀ ਚਾਈਂ। ਜਨਤਾ ਰੂਪੀ ਪਤਨੀ ਨਾਰਦ ਰੂਪੀ ਰਾਜੇ ਨੂੰ ਕਹਿ ਰਹੀ ਹੈ ਕਿ ਤੂੰ ਕਿਹੜਿਆਂ ਚਾਵਾਂ ਵਿੱਚ ਫਿਰਨਾ ਹੈ। ਕਵੀ ਨੇ ਇੱਥੇ ਕੁਐਸਚਨ ਮਾਰਕ ਲਾਇਆ ਹੈ। ਤੂੰ ਮੇਰੇ ਅਤੇ ਤੇਰੇ ਮੇਰੇ ਜੁੱਟ ਵਿੱਚ ਕਿਉਂ ਪਈ ਜੁਦਾਈ। ਕਿ ਉਹਨਾਂ ਕਾਰਨਾਂ ਦਾ ਲੇਖਾ ਜੋਖਾ ਕਰ ਕਿ ਹੇ ਪਤੀ ਰੂਪੀ ਰਾਜੇ, ਕਿ ਤੇਰੇ ਮੇਰੇ ਜੁੱਟ ਦੇ ਵਿੱਚ ਜੁਦਾਈ, ਇਹ ਜੋ ਇੱਕ ਵਿੱਥ ਪੈਦਾ ਹੋਈ ਹੈ, ਇਹ ਕਿਉਂ ਹੋਈ ਹੈ, ਇਹਨਾਂ ਕਾਰਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰ, ਸਮਝਣ ਦੀ ਕੋਸ਼ਿਸ਼ ਕਰ, ਆਪਣਾ ਆਤਮ ਅਵਲੋਕਨ ਕਰ, ਆਪਣਾ ਆਤਮ ਚਿੰਤਨ ਕਰ। ਇਹ ਜੁਦਾਈ ਪੈਣ ਦੇ ਜਿਹੜੇ ਕਾਰਨ ਕੀ ਹਨ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ। ਕਿਉਂਕਿ ਤੂੰ ਆਪਣੇ ਫਰਜ਼ਾਂ ਤੋਂ ਬੇਮੁਖ ਹੋ ਗਿਆ ਹੈ, ਤੂੰ ਮੈਨੂੰ ਮੇਰੇ ਹੱਕ ਨਹੀਂ ਦੇ ਰਿਹਾ, ਇਸ ਲਈ ਸਾਡੇ ਵਿੱਚ ਇੱਕ ਵਿਚਾਰਧਾਰਾਈ ਲੜਾਈ ਹੈ। ਤੂੰ ਦਾਰੂ ਦੇ ਵਿੱਚ ਲੋੜਨੇ ਕੁਝ ਅੱਗ ਛੁਪਾਈ, ਭਾਵ ਤੇਰੀ ਸਥਿਤੀ ਉਹ ਹੈ ਕਿ ਤੂੰ ਦਾਰੂ ਦੇ ਵਿੱਚ ਅੱਗ ਨੂੰ ਛੁਪਾਉਣਾ ਚਾਹੁੰਦਾ ਹੈ। ਜਿਸ ਤਰ੍ਹਾਂ ਬਰੂਦ ਦੇ ਵਿੱਚ ਅੱਗ ਅਸੀਂ ਛੁਪਾਵਾਂਗੇ ਤਾਂ ਉਹ ਬਰੂਦ ਤਾਂ ਸਗੋਂ ਫਟ ਜਾਏਗਾ, ਭਾਵ ਇੱਕ ਬਹੁਤ ਵੱਡਾ ਧਮਾਕਾ ਹੋਵੇਗਾ। ਪਰ ਜਿਹੜਾ ਅਣਜਾਣ ਹੈ ਜਾਂ ਮੂਰਖ ਰਾਜਾ ਹੈ ਉਹ ਅਜਿਹੇ ਕਾਰਜ ਕਰੇਗਾ ਜਿਹੜੇ ਨਹੀਂ ਕਰਨੇ ਚਾਹੀਦੇ, ਅਤੇ ਆਪਣੇ ਪੈਰਾਂ ਹੇਠ ਇੱਕ ਤਰ੍ਹਾਂ ਦੇ ਨਾਲ ਆਪ ਹੀ ਉਹ ਖੂਹ ਜਾਂ ਖਾਈ ਪੁੱਟ ਰਿਹਾ ਹੁੰਦਾ ਹੈ। ਪਰ ਮੈਂ ਵੀ ਤੇਰੇ ਰਾਜ ਵਿੱਚ ਕੁਝ ਖੁਸ਼ੀ ਨਾ ਪਾਈ। ਜਨਤਾ ਰੂਪੀ ਪਤਨੀ ਕਹਿ ਰਹੀ ਹੈ ਕਿ ਤੂੰ ਕਿਹੜੇ ਚਾਵਾਂ ਵਿੱਚ ਫਿਰਦਾ ਹੈ, ਤੂੰ ਮੇਰਾ ਘਾਣ ਕਰਨਾ ਚਾਹੁੰਦਾ ਹੈ, ਪਰ ਯਾਦ ਰੱਖ ਮੈਂ ਵੀ ਤੇਰੇ ਰਾਜ ਦੇ ਵਿੱਚ ਕੋਈ ਖੁਸ਼ੀ ਭਰੇ ਦਿਨ ਮਾਣੇ ਨਹੀਂ ਹਨ, ਖੁਸ਼ੀਆਂ ਨਹੀਂ ਮਾਣੀਆਂ, ਮੇਰੇ ਕੋਈ ਚਾਅ ਮਲ੍ਹਾਰ ਪੂਰੇ ਨਹੀਂ ਹੋਏ। ਮੈਂ ਖਾਧਾ ਰੱਜ ਕੇ ਨਾ ਕਿਸੇ ਖਿਲਾਈ। ਕਿਉਂਕਿ ਤੇਰੇ ਰਾਜ ਦੇ ਵਿੱਚ ਤਾਂ ਮੈਂ ਰੱਜ ਕੇ ਪੇਟ ਭਰ ਕੇ ਖਾਧਾ ਵੀ ਨਹੀਂ, ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਵੀ ਨਹੀਂ ਮੈਂ ਢੰਗ ਦੇ ਨਾਲ ਕਰ ਸਕੀ, ਨਾ ਚੜ੍ਹ ਸੁੱਤੀਆਂ ਪਲੰਘ 'ਤੇ ਘੱਤ ਲੇਫ ਤੁਲਾਈ, ਅਤੇ ਨਾ ਹੀ ਮੈਨੂੰ ਆਪਣੇ ਜੀਵਨ ਦੇ ਵਿੱਚ ਜੋ ਪਦਾਰਥਕ ਖੁਸ਼ਹਾਲੀਆਂ ਹਨ, ਜ਼ਿੰਦਗੀ ਜਿਉਣ ਦੇ ਲਈ ਜੋ ਮੁੱਢਲੀਆਂ ਲੋੜਾਂ ਹਨ ਉਹਨਾਂ ਦੀ ਹੀ ਪੂਰਤੀ ਹੋ ਸਕੀ ਹੈ। ਨਾ ਚੰਗਾ ਖਾ ਸਕੀ ਹਾਂ, ਨਾ ਚੰਗਾ ਪਹਿਨ ਸਕੀ ਹਾਂ, ਅਤੇ ਨਾ ਮੈਂ ਆਪਣੇ ਜੀਵਨ ਦੀਆਂ
ਜੋ ਸੁਪਨੇ ਸਨ, ਜੋ ਰੀਝਾਂ ਸਨ ਜਾਂ ਚਾਅ ਸਨ, ਨਾ ਮੈਂ ਉਹਨਾਂ ਨੂੰ ਹੀ ਪੂਰੇ ਕਰ ਸਕੀ ਹਾਂ। ਨਾ ਮੈਂ ਮਹਿੰਦੀ ਮੌਲੀ ਮਹਿੰਦੀ ਸਿਰ ਧਰੀ, ਨੱਕ ਨੱਥ ਨਾ ਪਾਈ। ਭਾਵ ਮੈਂ ਇੱਕ ਔਰਤ ਦੇ ਜੋ ਬੜੇ ਨਿੱਕੇ ਨਿੱਕੀਆਂ ਖੁਸ਼ੀਆਂ, ਨਿੱਕੇ ਨਿੱਕੇ ਚਾਅ ਹੁੰਦੇ ਹਨ, ਸ਼ਿੰਗਾਰ ਕਰਨਾ, ਸ਼ਗਨਾਂ ਦੇ ਗਹਿਣੇ ਧਾਰਨ ਕਰਨਾ। ਅਤੇ ਕਵੀ ਕਹਿ ਰਿਹਾ ਹੈ ਕਿ ਜਨਤਾ ਰੂਪੀ ਪਤਨੀ ਪਤੀ ਰੂਪੀ ਰਾਜੇ ਨੂੰ ਕਹਿ ਰਹੀ ਹੈ ਕਿ ਤੇਰੇ ਰਾਜ ਦੇ ਵਿੱਚ ਤਾਂ ਮੇਰੇ ਜੋ ਨਿੱਕੇ ਨਿੱਕੇ ਚਾਅ ਰੀਝਾਂ ਸਨ ਉਹ ਵੀ ਪੂਰੀਆਂ ਨਹੀਂ ਹੋ ਸਕੀਆਂ। ਕਿਉਂ? ਮੈਨੂੰ ਕਿਉਂ ਨਾ ਗੁੜਤੀ ਜ਼ਹਿਰ ਦੀ ਤਦੋਂ ਦਿੱਤੀ ਦਾਈ। ਫਿਰ ਉਹ ਬੜੀ ਕਹਿ ਸਕਦੇ ਹਾਂ ਕਿ ਇੱਕ ਨਾ ਪੱਖੀ ਉਹਦਾ ਦ੍ਰਿਸ਼ਟੀਕੋਣ ਬਣ ਜਾਂਦਾ ਹੈ। ਉਹ ਸੋਚਦੀ ਹੈ ਕਿ ਕਿਉਂ ਨਾ ਜੋ ਹੈ ਦਾਈ ਨੇ, ਭਾਵ ਜਨਮ ਦੇ ਬਾਅਦ ਦਾਈ ਨੇ ਮੈਨੂੰ ਜਨਮ ਘੁੱਟੀ ਦੇ ਥਾਂ 'ਤੇ ਜੋ ਗੁੜਤੀ ਦਿੱਤੀ ਸੀ, ਜਨਮ ਘੁੱਟੀ ਦਿੱਤੀ ਸੀ, ਉਸ ਥਾਂ 'ਤੇ ਜ਼ਹਿਰ ਦੀ ਉਂਗਲੀ ਚਟਾ ਦਿੰਦੀ, ਤਾਂ ਜੋ ਮੈਨੂੰ ਤੇਰੇ ਜਿਹੇ ਮਨਖੱਟੂ ਸ਼ਖਸ ਤੋਂ ਸਦਾ ਲਈ ਮੁਕਤੀ ਮਿਲ ਜਾਂਦੀ। ਹੈਫ ਕੀਤਾ ਸੀ ਲਾਗੀਆਂ ਕੀਤੀ ਕੁੜਮਾਈ। ਪਹਿਲੀ ਗਲਤੀ ਤਾਂ ਉਹ ਕਹਿ ਰਹੀ ਹੈ ਕਿ ਦਾਈ ਨੇ ਕੀਤੀ, ਜਿਸ ਨੇ ਜਨਮ ਤੋਂ ਬਾਅਦ ਮੈਨੂੰ ਜੋ ਗੁੜਤੀ ਦਿੱਤੀ, ਸ਼ਹਿਦ ਚਟਾ ਦਿੱਤਾ, ਜਿਸ ਸਦਕਾ ਮੇਰੇ ਜੀਵਨ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਮੇਰੀ ਜੀਵਾ ਨੂੰ ਜੋ ਸਵਾਦ ਹੈ, ਉਹ ਜ਼ਿੰਦਗੀ ਦੇ ਸਵਾਦ ਜਾਂ ਰੰਗ ਮਾਣਨ ਦਾ ਮੇਰੇ ਹਿਰਦੇ ਦੇ ਵਿੱਚ ਇੱਕ ਚਿਣਗ ਵਾਲੀ। ਹੈਫ ਕੀਤਾ ਸੀ ਲਾਗੀਆਂ ਕੀਤੀ ਕੁੜਮਾਈ। ਅਤੇ ਸਭ ਤੋਂ ਵੱਡਾ ਜ਼ੁਲਮ ਉਹਨਾਂ ਲਾਗੀਆਂ ਨੇ ਕੀਤਾ, ਜਿਨ੍ਹਾਂ ਨੇ ਲਾਗੀਆਂ ਭਾਵ ਉਹਨਾਂ ਨਾਈਆਂ ਨੇ ਜਿਨ੍ਹਾਂ ਤੇਰਾ ਅਤੇ ਮੇਰਾ ਸੰਯੋਗ ਮਿਲਾਇਆ। ਕੀਤੀ ਕੁੜਮਾਈ ਅਤੇ ਸੰਯੋਗ ਦੇ ਲਈ ਜੋ ਸ਼ਗਨ ਦੀਆਂ ਰਸਮਾਂ ਸਨ ਉਹ ਪੂਰੀਆਂ ਕਰ ਦਿੱਤੀਆਂ। ਅਤੇ ਪਾਪ ਕੀਤਾ ਉਹਨਾਂ ਬ੍ਰਾਹਮਣਾਂ ਜਿਨ੍ਹਾਂ ਵੇਦ ਅਡਾਈ। ਅਤੇ ਉਸ ਤੋਂ ਬਾਅਦ ਉਹਨਾਂ ਬ੍ਰਾਹਮਣਾਂ ਨੇ ਪਾਪ ਕੀਤਾ ਜਿਨ੍ਹਾਂ ਨੇ ਵੇਦੀ ਗੱਡ ਕੇ ਜੋ ਫੇਰੇ ਕਰਵਾ ਦਿੱਤੇ। ਮੇਰੀਆਂ ਕਾਹਨੂੰ ਲਾਵਾਂ ਦਿੱਤੀਆਂ ਕਿਉਂ ਗੰਢ ਚਤਰਾਈ। ਕਿਉਂ ਉਹਨਾਂ ਨੇ ਅਜਿਹਾ ਪਾਪ ਕੀਤਾ? ਨਾ ਉਹ ਤੇਰੇ ਨਾਲ ਮੈਨੂੰ ਲਾਵਾਂ ਦਿੰਦੇ, ਲਾਵਾਂ ਪੜ੍ਹਦੇ, ਨਾ ਗੰਢ ਚਿਤਰਾਵਾ ਕਰਦੇ, ਅਤੇ ਨਾ ਮੈਨੂੰ ਤੇਰੇ ਰਾਜ ਦੇ ਵਿੱਚ ਇਸ ਤਰ੍ਹਾਂ ਦੇ ਦੁੱਖ ਜਾਂ ਤਸੀਹੇ ਭੋਗਣੇ ਪੈਂਦੇ। ਤੁਧ ਮਖੱਟੂ ਖਸਮ ਨਾਲ ਮੈਂ ਨਿਜ ਪਰਣਾਈ। ਉਹ ਕਹਿੰਦੀ ਕਿ ਤੇਰੇ ਜਿਹੇ ਮਖੱਟੂ ਨਿਕੰਮੇ ਸ਼ਖਸ ਨਾਲੋਂ ਤਾਂ, ਪਤੀ ਨਾਲੋਂ ਤਾਂ ਮੈਂ ਬਿਨਾਂ ਯਾਨੀ ਕਿ ਤੇਰੀ ਗੈਰ ਹਾਜ਼ਰੀ ਦੇ ਵਿੱਚ, ਭਾਵ ਜੋ ਹੈ ਬਿਨਾਂ ਵਿਆਹ ਤੋਂ ਜਾਂ ਬਿਨਾਂ ਇਸ ਰਸਮ ਤੋਂ ਹੀ ਮੈਂ ਆਪਣੀ ਜ਼ਿੰਦਗੀ ਜਿਉ ਸਕਦੀ ਸਾਂ, ਕਿਉਂਕਿ ਮੈਂ ਇਸ ਕਾਬਿਲ ਸਾਂ। ਤੇਰੇ ਤੋਂ ਬਿਨਾਂ ਵੀ ਮੈਂ ਆਪਣੀ ਜ਼ਿੰਦਗੀ ਜਿਹੜੀ ਸੀ ਉਹ ਬੜੇ ਸੁਚੱਜੇ ਢੰਗ ਨਾਲ ਜਿਉ ਸਕਦੀ ਸਾਂ। ਬਾਪ ਦਾਦੇ ਦੀ ਲੱਜ ਹੈ ਮੈਂ ਬਹੁਤ ਲੰਘਾਈ। ਇੰਨੀ ਵੱਡੀ ਗੱਲ ਕਹਿਣ ਤੋਂ ਬਾਅਦ ਫਿਰ ਕਵੀ ਨੇ ਕਿਹਾ ਹੈ ਕਿ ਮਤਲਬ ਔਰਤ ਦੀ, ਕਿਉਂਕਿ ਇੱਥੇ ਪ੍ਰਤੀਕਾਤਮਕ ਰੂਪ ਦੇ ਵਿੱਚ ਲਿਆ ਹੈ, ਉਸਦੀ ਯਾਨੀ ਕਿ ਗੱਲ ਵੀ ਬਹੁਤ ਵੱਡੀ ਕਹਿ ਦਿੱਤੀ ਹੈ। ਅਤੇ ਫਿਰ ਇਸ ਦੇ ਬਾਅਦ ਉਹ ਕਹਿ ਰਹੀ ਹੈ ਕਿ ਬਾਪ ਦਾਦੇ ਦੀ ਲੱਜ ਹੈ ਮੈਂ ਬਹੁਤ ਲੰਘਾਈ, ਕਿਉਂਕਿ ਮੈਂ ਤਾਂ ਬੜੇ ਘਰ ਘਰਾਨੇ ਦੀ ਧੀ ਹਾਂ, ਇਸ ਲਈ ਮੈਂ ਤਾਂ ਆਪਣੀ ਪਿਓ ਦਾਦੇ ਦੀ ਲੱਜ ਨੂੰ, ਇੱਜ਼ਤ ਮਾਣ ਨੂੰ ਬਚਾ ਕੇ ਤੇਰੇ ਘਰ ਬੈਠੀ ਹਾਂ। ਪਰ ਹੁਣ ਬਹੁਤ ਹੋ ਚੁੱਕਿਆ, ਬਹੁਤ ਲੰਘਾ ਲਿਆ ਤੇਰੇ ਨਾਲ ਸੰਘਰਸ਼ ਭਰਿਆ ਜੀਵਨ, ਬਹੁਤ ਤਸੀਹੇ ਸਹਿ ਲਏ ਤੇਰੇ ਘਰ ਦੇ ਵਿੱਚ, ਪਰ ਭਲਕੇ ਪੇਕੇ ਜਾਊਂਗੀ ਨਾਲ ਲੈ ਕੇ ਲਾਈ। ਪਰ ਹੁਣ ਇਸ ਤੋਂ ਬਾਅਦ ਹੋਰ ਨਹੀਂ ਤੇਰੇ ਨਾਲ ਵਸੇਬਾ ਹੋ ਸਕਦਾ। ਕੱਲ੍ਹ ਹੀ ਭਲਕੇ ਹੀ ਮੈਂ ਨਾਈ ਨੂੰ ਨਾਲ ਲੈ ਕੇ ਆਪਣੇ ਪੇਕੇ ਚਲੀ ਜਾਵਾਂਗੀ। ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਜੋ ਨਾਈ ਹੁੰਦੇ ਸਨ ਉਹ ਸਮਾਜ ਦੇ ਬਹੁਤ ਜ਼ਿਆਦਾ ਇਤਪਾਰਯੋਗ ਸ਼ਖਸ ਹੁੰਦੇ ਸਨ, ਜਿਹੜੇ ਵਿਆਹਾਂ ਸ਼ਾਦੀਆਂ ਦੇ ਕਾਰਜ ਵੀ ਉਹਨਾਂ ਦੇ ਦੁਆਰਾ ਹੀ ਸਿਰੇ ਚੜ੍ਹਾਏ ਜਾਂਦੇ ਸਨ। ਅਤੇ ਬਾਅਦ ਦੇ ਵਿੱਚ ਧੀਆਂ ਭੈਣਾਂ ਨੂੰ ਸਹੁਰੇ ਛੱਡ ਕੇ ਆਉਣਾ, ਪੇਕੇ ਲੈ ਕੇ ਆਉਣਾ, ਉਹ ਵੀ ਨਾਈ ਦੇ ਸਿਰ 'ਤੇ ਕਾਜ ਹੁੰਦੇ ਸਨ। ਭਾਵ ਨਾਈ ਨੂੰ ਸਮਾਜ ਦਾ ਇੱਕ ਬਹੁਤ ਹੀ ਸਤਿਕਾਰਤ ਸ਼ਖਸ ਸਮਝਿਆ ਜਾਂਦਾ ਸੀ। ਔਰ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਅਸੀਂ ਅੱਧੀ ਵਾਰ ਬਾਰੇ ਚਰਚਾ ਕੀਤੀ ਹੈ, ਕਿਉਂਕਿ ਜੇਕਰ ਅਸੀਂ ਪੂਰੀ ਵੀਡੀਓ ਬਾਰੇ ਚਰਚਾ ਕਰਾਂਗੇ, ਪੂਰੇ ਜੋ ਕਵਿਤਾ ਬਾਰੇ ਚਰਚਾ ਕਰਾਂਗੇ ਤਾਂ ਵੀਡੀਓ ਬਹੁਤ ਲੰਮੀ ਹੋ ਜਾਵੇਗੀ। ਇਸ ਲਈ ਹੁਣ ਇਜਾਜ਼ਤ, ਬਾਕੀ ਕੱਲ੍ਹ ਦੀ ਵੀਡੀਓ ਦੇ ਵਿੱਚ ਅਸੀਂ ਅਗਲੇ ਜੋ ਬੰਦ ਹਨ ਇਸ ਵਾਰ ਦੇ, ਉਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਤਦ ਤੱਕ ਲਈ ਇਜਾਜ਼ਤ, ਧੰਨਵਾਦ।